ਕੀ ਸਰਕਾਰਾਂ ਹੁਣ ਸ਼ਹੀਦਾਂ ਦੀਆਂ ਯਾਦਾਂ ਵੀ ਨਹੀਂ ਸਾਂਭ ਸਕਦੀਆਂ? ਜਿਹੜੀਆਂ ਕੌਮਾਂ ਆਪਣੇ ਇਤਿਹਾਸ ਤੇ ਮਾਣ ਕਰਨਾ ਭੁੱਲ ਜਾਣ ਉਹ ਖਤਮ ਹੋ ਜਾਂਦੀਆਂ ਨੇ। ਜਿਹੜੀਆਂ ਕੌਮਾਂ ਆਪਣੇ ਇਤਿਹਾਸ ਦੀਆਂ ਯਾਦਾਂ ਭੁੱਲ ਜਾਣ ਉਹ ਵੀ ਖਤਮ ਹੋ ਜਾਂਦੀਆਂ। ਉਹ ਵਿਰਾਸਤ ਦੇ ਜਿਹੜੇ ਚਿੰਨ੍ਹ ਨੇ ਜੇ ਸੁੰਦਰੀਕਰਨ ਦੇ ਨਾਂ ਤੇ ਉਹ ਮਿਟਣਗੇ ਤਾਂ ਮੈਨੂੰ ਨਹੀਂ ਲੱਗਦਾ ਉਹ ਕਿ ਸੁੰਦਰੀਕਰਨ ਅਸੀਂ ਕਰਨਾ ਕਾਹਦੇ ਲਈ ਹੈ? ਸਰਕਾਰਾਂ ਕਦੇ ਕਮਰਸ਼ੀਅਲ ਵੈਂਚਰ ਲਈ ਨਹੀਂ ਹੁੰਦੀਆਂ, ਸਰਕਾਰਾਂ ਕਦੇ ਮੁਨਾਫੇ ਲਈ ਨਹੀਂ ਹੁੰਦੀਆਂ। ਲੋਕ ਇਸ ਕਰਕੇ ਸਰਕਾਰ ਨਹੀਂ ਚੁਣਦੀ ਕਿ ਪੈਸੇ ਕਮਾਵੇ। ਸ਼ਰਮਨਾਕ ਗੱਲ ਹੈ ਕਿ ਸਾਡੀਆਂ ਜਿਹੜੀਆਂ ਸਰਕਾਰਾਂ ਨੇ, ਇਹ ਨਹੀਂਗਾ ਕਿ ਕਾਂਗਰਸ ਦੇ ਟਾਈਮ ਇੱਕ ਗੱਲ ਹੋ ਗਈ, ਉਹ ਕਾਂਗਰਸ ਨੇ ਬਥੇਰਾ ਇਹ ਨਾਂ ਦੇ ਉੱਤੇ ਸਭ ਕੁਝ ਕੀਤਾ ਹੈਗਾ। ਅਸਲ 'ਚ ਸ਼ਹੀਦਾਂ ਦੇ ਨਾਂ ਦੇ ਉੱਤੇ ਵੀ ਗੰਦੀ ਰਾਜਨੀਤੀ ਸ਼ੁਰੂ ਹੋਣੀ ਹੈ ਇਸ ਦੇਸ਼ 'ਚ। ਜੇ ਮੈਂ ਕਹਿੰਦਾ ਇਹਦੀ ਸ਼ੁਰੂਆਤ ਕਾਂਗਰਸ ਨੇ ਕੀਤੀ, ਹੁਣ ਬੀਜੇਪੀ ਕਰ ਰਹੀ ਹੈ। ਸਿੰਬਲ ਦੇ ਤੌਰ ਤੇ ਜ਼ਿਲ੍ਹਿਆਂ ਵਾਲੇ ਬਾਗ ਨੂੰ ਯਾਦ ਕਰ ਲਓ। ਸਿੰਬਲਾਂ ਦੀ ਰਾਜਨੀਤੀ ਕਰਦੇ ਇਸ ਦੇਸ਼ 'ਚ, ਸਿੰਬਲਾਂ ਦੀ ਪੋਲਿਟਿਕਸ ਬਹੁਤ ਹੁੰਦੀ ਹੈ। ਚਿੰਨ੍ਹਾਂ ਦੇ ਨਾਂ ਤੇ ਰਾਜਨੀਤੀ ਕਰੋ, ਧਰਮ ਦੇ ਚਿੰਨ੍ਹਾਂ ਦੇ ਨਾਂ ਤੇ, ਸ਼ਹੀਦਾਂ ਦੇ ਚਿੰਨ੍ਹਾਂ ਦੇ ਨਾਂ ਤੇ। ਬੰਦਾ ਸਿੰਘ ਬਹਾਦਰ ਨੇ, ਮੰਨ ਲਓ ਬੰਦਾ ਸਿੰਘ ਬਹਾਦਰ ਦੀ ਸਭ ਤੋਂ ਵੱਡੀ ਪ੍ਰਾਪਤੀ ਕੀ ਸੀ ਕਿ ਉਹਨਾਂ ਨੇ ਲੈਂਡ ਜਿਹੜੀ ਆ ਉਹ ਡਿਸਟਰੀਬਿਊਟ ਕੀਤੀ। ਜ਼ਗੀਰਦਾਰ ਜਿਹੜੇ ਸੀ ਵੱਡੇ ਵੱਡੇ ਲੈਂਡ ਵਾਲੇ, ਉਹਨਾਂ ਦੇ ਖਿਲਾਫ ਜਾਂਦੇ ਸੀ। ਉਹਨਾਂ ਨੇ ਉਹਨਾਂ ਦੇ ਖਿਲਾਫ ਸਾਜ਼ਿਸ਼ ਰਚੀ। ਜਾ ਕੇ ਗੁਰੂ ਗੋਬਿੰਦ ਸਿੰਘ ਜੀ ਦੇ ਧਰਮ ਪਤਨੀ ਕੋਲ ਜਾ ਕੇ ਕਿਹਾ, ਤੱਤ ਖਾਲਸਾ ਬੰਦਈ ਖਾਲਸਾ ਦਾ ਰੌਲਾ ਖੜਾ ਕੀਤਾ ਕਿ ਜੀ ਬੰਦਾ ਤਾਂ ਆਪਦਾ ਹੀ ਬੰਦਈ ਖਾਲਸਾ ਚਲਾਤਾ ਹੈ, ਤਾਂ ਜੀ ਬੰਦੇ ਦਾ ਖਾਲਸਾ, ਅਸਲ ਖਾਲਸਾ ਤਾਂ ਤੱਤ ਖਾਲਸਾ। ਜਿਹੜੇ ਬੰਦਾ ਸਿੰਘ ਬਹਾਦਰ ਦੇ ਉਦੋਂ ਖਿਲਾਫ ਸੀ, ਉਹ ਅੱਜ ਵੀ ਜਿਹੜੇ ਪੰਜਾਬ ਦੇ ਵੱਡੇ ਜ਼ਗੀਰਦਾਰ ਹੋਣਗੇ ਉਹ ਚਾਹਣਗੇ ਕਿ ਕੋਈ ਇਸ ਤਰ੍ਹਾਂ ਦਾ ਲੈਂਡ ਰਿਫਾਰਮ ਹੋਵੇ ਦੁਨੀਆ ਤੇ। ਦੁਨੀਆ ਦੇ ਅੰਦਰ ਕਿਤੇ ਲੈਂਡ ਰਿਫਾਰਮ ਨਹੀਂ ਹੋਇਆ ਸੀ, ਉਦੋਂ ਬਾਬਾ ਬੰਦਾ ਸਿੰਘ ਬਹਾਦਰ ਨੇ ਪੰਜਾਬ ਦੀ ਧਰਤੀ ਤੇ ਲੈਂਡ ਰਿਫਾਰਮ ਕੀਤੇ, ਜਿਨ੍ਹਾਂ ਦੀ ਸਿੱਖੀ ਲਈ ਸਭ ਤੋਂ ਵੱਡੀ ਕੰਟਰੀਬਿਊਸ਼ਨ ਆ। ਔਰ ਬਾਅਦ 'ਚੋਂ ਲੰਬਾ ਸਮਾਂ ਇਤਿਹਾਸ 'ਚ ਉਹਨਾਂ ਨੂੰ ਗੋਲਿਆ ਕਰ ਰੱਖਿਆ। ਗੰਡਾ ਸਿੰਘ ਹੋਰਾਂ ਨੇ ਆ ਕੇ ਪਹਿਲੀ ਉਹਨਾਂ ਤੇ ਕਿਤਾਬ ਲਿਖੀ, ਯਾਨੀ ਜਿਹੜੀ ਪਹਿਲੀ ਵੈਲ ਰਿਸਰਚਡ ਕਿਤਾਬ ਆ ਉਹ ਡਾਕਟਰ ਗੰਡਾ ਸਿੰਘ ਦੀ ਆ। ਉਹ ਕਹਿੰਦੇ ਆ ਨਾ, ਹਾਰੇ ਹੋਏ ਲੋਕਾਂ ਦਾ ਇਤਿਹਾਸ ਜਿੱਤੇ ਹੋਏ ਲਿਖਦੇ ਨੇ। ਬੰਦਾ ਸਿੰਘ ਬਹਾਦਰ ਦਾ ਇਤਿਹਾਸ ਉਹਨਾਂ ਲੋਕਾਂ ਨੇ ਨਿਗੋਲਿਆ ਕਰਵਾਇਆ ਜਾਣ ਕੇ ਜਿਹੜੇ ਲੋਕ ਉਹਨਾਂ ਦੇ ਖਿਲਾਫ ਸੀ। ਸੁੰਦਰੀਕਰਨ ਦੇ ਨਾਂ ਤੇ, ਕਾਰ ਸੇਵਾ ਦੇ ਨਾਂ ਦੇ ਉੱਤੇ ਅਸੀਂ ਬਹੁਤ ਸਾਰਾ ਸਾਡਾ ਇਤਿਹਾਸ ਮਲੀਆਮਿਟ ਕਰਦੇ। ਸ਼ਹੀਦ ਸਭ ਦੇ ਸਾਂਝੇ ਹੁੰਦੇ ਨੇ, ਇਸ ਕਰਕੇ ਸ਼ਹੀਦਾਂ ਦੇ ਉੱਤੇ ਜਦੋਂ ਕੋਈ ਫੈਸਲਾ ਲੈਣਾ, ਕੁਰਬਾਨੀਆਂ ਕਰਨ ਵਾਲੇ ਲੋਕਾਂ ਦੇ ਜਦੋਂ ਕੋਈ ਫੈਸਲਾ ਲੈਣਾ, ਉਹਨਾਂ ਦੀਆਂ ਯਾਦਗਾਰਾਂ ਬਾਰੇ ਕੋਈ ਫੈਸਲਾ ਲੈਣਾ, ਤਾਂ ਸਰਬ ਸਾਂਝੀ ਵਾਲਤਾ ਦੇ ਨਾਲ ਉਹ ਫੈਸਲੇ ਹੋਣੇ ਚਾਹੀਦੇ ਨੇ। ਕਿ ਪੁਰਾਤਨ ਇਮਾਰਤਾਂ ਦੇ ਨਾਲ ਜੁੜੀਆਂ ਸ਼ਹੀਦਾਂ ਦੀਆਂ ਯਾਦਾਂ ਮਿਟਾ ਦੇਣੀਆਂ ਚਾਹੀਦੀਆਂ ਨੇ। ਜਲਿਆਂਵਾਲਾ ਬਾਗ ਦੇ ਸੁੰਦਰੀਕਰਨ ਪ੍ਰੋਜੈਕਟ ਤੇ ਕਿਉਂ ਛਿੜ ਗਿਆ ਵਿਵਾਦ? ਆਖਿਰ ਸਰਕਾਰਾਂ ਕਿੱਧਰ ਨੇ? ਇਸੇ ਨੂੰ ਹੀ ਡੀਕੋਡ ਕਰਦੇ ਹਾਂ ਸਾਡੇ ਖਾਸ ਪ੍ਰੋਗਰਾਮ ਰਾਜਨੀਤੀ ਡੀਕੋਡ ਦੇ ਵਿੱਚ, ਤੇ ਗੱਲਬਾਤ ਕਰਦੇ ਹਾਂ ਪ੍ਰੋ ਪੰਜਾਬ ਟੀਵੀ ਦੇ ਸੰਪਾਦਕ ਯਾਦਵਿੰਦਰ ਸਿੰਘ ਹੁਣਾਂ ਦੇ ਨਾਲ। ਤਾਂ ਯਾਦਵਿੰਦਰ ਜੀ, ਜਲਿਆਂਵਾਲਾ ਬਾਗ ਦੇ ਸੁੰਦਰੀਕਰਨ ਪ੍ਰੋਜੈਕਟ ਨੂੰ ਲੈ ਕੇ ਵਿਵਾਦ ਛਿੜ ਗਿਆ, ਆਖਿਰ ਅਜਿਹਾ ਕਿਉਂ ਹੋਇਆ? ਦੇਖੋ, ਜਿਹੜੀਆਂ ਸ਼ਹੀਦਾਂ ਦੀਆਂ ਯਾਦਾਂ ਹੁੰਦੀਆਂ ਨੇ, ਕੌਮ ਦੀਆਂ ਯਾਦਾਂ ਹੁੰਦੀਆਂ ਨੇ, ਔਰ ਇਤਿਹਾਸ ਜਿਹੜਾ ਹੁੰਦਾ ਹੈਗਾ ਉਹ ਬਹੁਤ ਇੰਪੋਰਟੈਂਟ ਹੁੰਦਾ। ਹਮੇਸ਼ਾ ਜਿਹੜਾ ਸਾਡਾ ਵਰਤਮਾਨ ਆ ਉਹ ਵੀ ਇਤਿਹਾਸ ਨਾਲ ਜੁੜਿਆ ਹੁੰਦਾ, ਤੇ ਸਾਡਾ ਆਉਣ ਵਾਲਾ ਭਵਿੱਖ ਵੀ ਇਤਿਹਾਸ ਨਾਲ ਜੁੜਨਾ ਹੁੰਦਾ ਹੈਗਾ। ਉਹਨੇ ਹੀ ਸਾਡੀ ਕੌਮ ਨੂੰ ਅੱਗੇ ਲੈ ਕੇ ਆਉਣਾ ਹੁੰਦਾ। ਕਹਿੰਦੇ ਆ, ਜਿਹੜੀਆਂ ਕੌਮਾਂ ਆਪਣੇ ਇਤਿਹਾਸ ਤੇ ਮਾਣ ਕਰਨਾ ਭੁੱਲ ਜਾਣ ਉਹ ਖਤਮ ਹੋ ਜਾਂਦੀਆਂ ਨੇ। ਜਿਹੜੀਆਂ ਕੌਮਾਂ ਆਪਣੇ ਇਤਿਹਾਸ ਦੀਆਂ ਯਾਦਾਂ ਭੁੱਲ ਜਾਣ ਉਹ ਵੀ ਖਤਮ ਹੋ ਜਾਂਦੀਆਂ ਨੇ। ਤਾਂ ਜਿਹੜਾ ਵੀ ਸਾਡਾ ਇਤਿਹਾਸ ਆ, ਸਾਂਝਾ ਇਤਿਹਾਸ ਆ, ਸਾਡੀ ਸਾਂਝੀ ਵਿਰਾਸਤ ਆ, ਹਿੰਦੂਆਂ, ਸਿੱਖਾਂ, ਮੁਸਲਮਾਨਾਂ, ਬੋਧੀਆਂ, ਜੈਨੀਆਂ, ਸਭ ਦੀ, ਪੰਜਾਬ ਦੀ ਜਿਹੜੀ ਵਿਰਾਸਤ ਆ, ਦੇਸ਼ ਦੀ ਜਿਹੜੀ ਵਿਰਾਸਤ ਆ, ਉਹ ਵਿਰਾਸਤ ਦੇ ਜਿਹੜੇ ਚਿੰਨ੍ਹ ਨੇ ਜੇ ਸੁੰਦਰੀਕਰਨ ਦੇ ਨਾਂ ਤੇ ਉਹ ਮਿਟਣਗੇ ਤਾਂ ਮੈਨੂੰ ਨਹੀਂ ਲੱਗਦਾ ਉਹ ਕਿ ਸੁੰਦਰੀਕਰਨ ਅਸੀਂ ਕਰਨਾ ਕਾਹਦੇ ਲਈ ਹੈ? ਇੱਕ ਪ੍ਰਾਈਵੇਟ ਕੰਪਨੀ ਨੂੰ ਅਸੀਂ ਠੇਕਾ ਦੇ ਕੇ, ਜਾਂ ਇਸ ਤਰ੍ਹਾਂ ਦੇ ਲੋਕਾਂ ਨੂੰ ਜਿਹੜੇ ਉਹਨੂੰ ਕਮਰਸ਼ੀਅਲ ਵੈਂਚਰ ਬਣਾਉਣਾ ਚਾਹੁੰਦੇ ਨੇ। ਸਰਕਾਰਾਂ ਕਦੇ ਕਮਰਸ਼ੀਅਲ ਵੈਂਚਰ ਲਈ ਨਹੀਂ ਹੁੰਦੀਆਂ, ਸਰਕਾਰਾਂ ਕਦੇ ਮੁਨਾਫੇ ਲਈ ਨਹੀਂ ਹੁੰਦੀਆਂ। ਲੋਕ ਇਸ ਕਰਕੇ ਸਰਕਾਰ ਨਹੀਂ ਚੁਣਦੀ ਕਿ ਪੈਸੇ ਕਮਾਵੇ। ਲੋਕਾਂ ਦਾ ਪੈਸਾ, ਟੈਕਸ ਦਾ ਪੈਸਾ ਲੋਕਾਂ ਤੇ ਹੀ ਲਾਵੇ, ਸਰਕਾਰਾਂ ਹੀ ਹੁੰਦੀਆਂ ਨੇ। ਨਾ ਕਿ ਕੋਈ ਸਰਕਾਰ ਪ੍ਰਾਈਵੇਟ ਕੰਪਨੀ ਹੁੰਦੀ ਹੈ, ਕੋਈ ਬਿਜ਼ਨਸ ਕੰਪਨੀ ਹੁੰਦੀ ਹੈ ਜਿਹਨੇ ਬਿਜ਼ਨਸ ਕਰਕੇ ਆਪਣਾ ਰੈਵਨਿਊ ਵਧਾਉਣਾ। ਜੇ ਰੈਵਨਿਊ ਵਧਾ ਵੀ ਲਿਆ ਤਾਂ ਲੋਕਾਂ 'ਤੇ ਹੀ ਲੱਗਣਾ ਚਾਹੀਦਾ, ਪਰ ਰੈਵਨਿਊ ਵਧਾਉਣਾ ਕਿਉਂ ਆ? ਰੈਵਨਿਊ ਆ ਜਿਹੜੀ ਆਮਦਨ ਆ ਉਹ ਤੇ ਲੋਕਾਂ ਦੀ ਵੀ ਹੈ, ਲੋਕਾਂ 'ਤੇ ਲੱਗਣੀ ਹੈ। ਇਸ ਕਰਕੇ ਜਿਹੜੇ ਸੁੰਦਰੀਕਰਨ ਦੇ ਪ੍ਰੋਜੈਕਟ ਅਸੀਂ ਲਾਲ ਕਿਲੇ ਤੋਂ ਲੈ ਕੇ ਦੇਖ ਰਹੇ ਹਾਂ ਜਲਿਆਂਵਾਲੇ ਬਾਗ ਤੱਕ, ਕਿ ਸਰਕਾਰਾਂ ਹੁਣ ਸ਼ਹੀਦਾਂ ਦੀਆਂ ਯਾਦਾਂ ਵੀ ਨਹੀਂ ਸਾਂਭ ਸਕਦੀਆਂ। ਮਤਲਬ ਇਹ ਹਾਲਾਤ ਆ ਗਏ ਕਿ ਸਾਡੇ ਸ਼ਹੀਦਾਂ ਦੀਆਂ ਯਾਦਾਂ ਨੇ ਜਿਹੜੀਆਂ, ਉਹ ਵੀ ਸਰਕਾਰ ਕਿਸੇ ਨੂੰ ਦੇ ਦੇਗੀ ਕਿ ਤੁਸੀਂ ਇਹਨੂੰ ਮੇਨਟੇਨ ਕਰੋ। ਮੇਨਟੇਨੈਂਸ ਦੇ ਨਾਂ ਦੇ ਉੱਤੇ, ਮੇਨਟੇਨ ਕਰਨ ਦੇ ਨਾਂ ਦੇ ਉੱਤੇ ਉਹ ਸ਼ਹੀਦਾਂ ਦੀਆਂ ਯਾਦਾਂ ਮਿਟਾ ਦੇਣਗੇ। ਔਰ ਉਹ ਮਦਨ ਲਾਲ ਢੀਂਗਰਾ ਤੋਂ ਲੈ ਕੇ ਜਿਹੜੇ ਸਾਡੇ ਸ਼ਹੀਦ ਨੇ, ਜਿਹੜੇ ਸਾਡੀ ਕੌਮ ਦੇ ਸਾਰੇ ਹੀ ਜਲਿਆਂਵਾਲੇ ਬਾਗ ਨਾਲ ਜੁੜੇ ਹੋਏ, ਗਦਰ ਲਹਿਰ ਨਾਲ ਜੁੜੇ ਹੋਏ ਸ਼ਹੀਦ, ਪੰਜਾਬ ਦੀ
ਆਜ਼ਾਦੀ ਦੀ ਲਹਿਰ ਦੇ ਨਾਲ ਜੁੜੇ ਹੋਏ ਸ਼ਹੀਦ, ਦੇਸ਼ ਦੀ ਲਹਿਰ ਨਾਲ ਜੁੜੇ ਹੋਏ ਸ਼ਹੀਦ, ਉਹ ਸਾਰੇ ਸ਼ਹੀਦਾਂ ਦੀਆਂ ਯਾਦਾਂ ਸਾਡੇ ਲਈ ਬੜੀਆਂ ਅਹਿਮ ਨੇ। ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੇ ਜਿਹੜਾ ਉਹ ਯਾਦ ਕਰਨਾ ਹੁੰਦਾ। ਕੋਈ ਕਨੈਕਟ ਕਰਦਾ ਨਾ, ਜੇ ਮੰਨ ਲਓ ਗੋਲੀਆਂ ਦੇ ਨਿਸ਼ਾਨ ਸੀਗੇ, ਖੂਹ ਸੀਗਾ, ਜਾਂ ਜਿਹੜੀ ਗਲੀ ਸੀਗੀ ਉਹ ਜਿਹ 'ਚ ਆਪਾਂ ਇੰਟਰ ਉਹਦਾ ਰੰਗ ਰੂਪ ਹੀ ਬਦਲਤਾ ਸਾਰੇ ਕਾਸੇ ਦਾ। ਬੰਦਾ ਕਨੈਕਟ ਕਰਦਾ ਸੀਗਾ। ਇਮੈਜੀਨੇਸ਼ਨ ਕਦੇ ਜਿਹੜਾ ਇਹ ਹੈ ਨਾ, ਇਹ ਕੀ ਜੀ ਵਿਜ਼ੂਅਲ ਦੇ ਰਾਹੀਂ ਤੁਸੀਂ ਆਹ ਲੋਕ ਬਣਾ ਦਿਓ, ਆਹ ਬਣਾ ਦਿਓ, ਗਲੀ 'ਚ ਬਣਾਏ ਆ ਜਿਹੜੇ। ਸਭ ਤੋਂ ਵੱਡੀ ਇਮੈਜੀਨੇਸ਼ਨ ਤੁਹਾਡੀ ਮਨ ਦੀ ਹੁੰਦੀ ਹੈ। ਜੋ ਤੁਸੀਂ ਕਿਸੇ ਥਾਂ ਤੇ ਪਹੁੰਚਦੇ ਹੋ, ਤੁਸੀਂ ਇਮੈਜਿਨ ਕਰਦੇ ਹੋ ਕਿ ਉਰੇ 1919 'ਚ ਕੀ ਹੋਇਆ ਹੋਊਗਾ। ਆਪਣੇ ਸਾਰਿਆਂ ਦੀਆਂ ਅੱਖਾਂ ਅੱਗੇ ਉਹ ਵਿਜ਼ੂਅਲ ਆ ਜਾਂਦੇ ਸੀ ਆਪ ਹੀ। ਜਦੋਂ ਅਸੀਂ ਰੇਡੀਓ ਸੁਣਦੇ ਹਾਂ ਕਿ ਰੇਡੀਓ ਤੇ ਕੋਈ ਤਸਵੀਰ ਚੱਲ ਰਹੀ ਹੁੰਦੀ ਹੈ, ਜਦੋਂ ਅਸੀਂ ਕੋਈ ਨਾਵਲ ਪੜ੍ਹਦੇ ਹਾਂ ਕਿ ਕੋਈ ਤਸਵੀਰ ਚੱਲ ਰਹੀ ਹੁੰਦੀ ਹੈ, ਨਹੀਂ ਚੱਲ ਰਹੀ ਹੁੰਦੀ ਨਾ, ਪਰ ਕਹਾਣੀ ਪੜ੍ਹਦਿਆਂ ਸੁਣਦਿਆਂ ਸਾਡੇ ਦਿਮਾਗ 'ਚ ਵਿਜ਼ੂਅਲ ਦੀ ਰੀਲ ਚੱਲਦੀ ਰਹਿੰਦੀ ਹੈ। ਇਸ ਕਰਕੇ ਉਹ ਕਨੈਕਟ ਕਰਨ ਦੀ ਗੱਲ ਆ, ਉਹ ਯਾਦਾਂ ਕਨੈਕਟ ਹੁੰਦੀਆਂ ਨੇ, ਉਹ ਇਤਿਹਾਸ ਕਨੈਕਟ ਹੁੰਦਾ ਗਾ ਵਰਤਮਾਨ ਦੇ ਨਾਲ ਜੀ। ਪਰ ਸ਼ਰਮਨਾਕ ਗੱਲ ਹੈ ਕਿ ਸਾਡੀਆਂ ਜਿਹੜੀਆਂ ਸਰਕਾਰਾਂ ਨੇ, ਇਹ ਨਹੀਂਗਾ ਕਿ ਕਾਂਗਰਸ ਦੇ ਟਾਈਮ ਇੱਕ ਗੱਲ ਹੋ ਗਈ, ਉਹ ਕਾਂਗਰਸ ਨੇ ਬਥੇਰਾ ਇਹ ਨਾਂ ਦੇ ਉੱਤੇ ਸਭ ਕੁਝ ਕੀਤਾ ਗਾ। ਗੱਲ ਤਾਂ ਇਹ ਹੈਗਾ ਕਿ ਹੁਣ ਇਹ ਨੌਬਤ ਆ ਗਈ ਕਿ ਸਾਡੇ ਸ਼ਹੀਦਾਂ ਦੇ ਲਈ ਹੁਣ ਵਿਰਾਸਤ ਏ ਖਾਲਸਾ ਦਾ ਹੀ ਪਹਿਲਾਂ ਕਹਿ ਰਹੇ ਸੀ ਕਿ ਉਹਨੂੰ ਵੀ ਦੇ ਦਿਓ, ਪੰਜਾਬ ਸਰਕਾਰ ਵੀ ਕਹਿ ਰਹੀ ਸੀ, ਹੋਰ ਵੀ ਬਥੇਰੇ ਅਸੀਂ ਦੇਖਿਆ ਗਾ। ਇਹ ਥਾਵਾਂ ਦੇ ਲਈ ਤਾਂ ਤੁਸੀਂ ਡੈਡੀਕੇਟਡ ਹੋਣਾ ਚਾਹੀਦਾ। ਮੁਲਕ ਹੈ ਤਾਂ ਮੁਲਕ ਦਾ ਪਿਆਰ ਇੱਥੋਂ ਦਿਸਦਾ, ਉਹਨਾਂ ਦੀਆਂ ਸਰਕਾਰਾਂ ਦਾ ਪਿਆਰ ਆਪਣੇ ਸ਼ਹੀਦਾਂ ਲਈ। ਜੇ ਮੁਲਕ ਹੈਗਾ ਗਾ, ਜੇ ਮੁਲਕ ਦੇ ਅੰਦਰ ਲੜਾਈਆਂ ਲੜੀਆਂ ਗਈਆਂ, ਇੱਥੇ ਸਾਂਝੀਵਾਲਤਾ, ਪਿਆਰ ਆ, ਸਦਭਾਵਨਾ, ਉਹਨਾਂ ਸ਼ਹੀਦਾਂ ਦੀਆਂ ਕੁਰਬਾਨੀਆਂ ਕਰਕੇ ਆ। ਉਹ ਸ਼ਹੀਦਾਂ ਨੇ ਕੁਰਬਾਨੀਆਂ ਸਿਰਫ ਇਹ ਨਹੀਂ ਕੀਤੀਆਂ, ਉਹਨਾਂ ਨੇ ਲੋਕਾਂ ਨੂੰ ਜਿਉਣਾ ਵੀ ਸਿਖਾਇਆ। ਉਹਨਾਂ ਨੇ ਦੱਸਿਆ ਕੌਮਾਂ ਕੀ ਹੁੰਦੀਆਂ ਨੇ, ਧਰਮ ਕੀ ਹੁੰਦੇ ਨੇ, ਜਾਤਾਂ ਕੀ ਹੁੰਦੀਆਂ ਨੇ, ਮਜ਼ਹਬ ਕੀ ਹੁੰਦੇ ਨੇ। ਉਹਨਾਂ ਨੇ ਦੱਸਿਆ ਸਭ ਕੁਝ ਤੁਹਾਡਾ ਆਪਣਾ ਆਪਣਾ ਹੋ ਸਕਦਾ, ਧਰਮ ਵੀ ਹੋ ਸਕਦਾ, ਤੁਹਾਡੀ ਜਾਤੀ, ਪਰ ਨਹੀਂ, ਇੱਕ ਥਾਂ ਦੇ ਉੱਤੇ ਅਸੀਂ ਸਾਂਝੀਵਾਲ ਵੀ ਹੋਣਾ ਗਾ, ਇਕੱਠੇ ਵੀ ਹੋਣਾ, ਸਾਰਾ ਕੁਝ ਭੁਲਾਉਣਾ ਵੀ ਹੈ, ਰੱਖਣਾ ਵੀ ਹੈ। ਕਦੇ ਕਿਸੇ ਦੇ ਨਾਂ 'ਤੇ ਨਫ਼ਰਤ ਨਹੀਂ ਕਰਨੀ, ਕਿਸੇ ਧਰਮ ਦੇ ਨਾਂ 'ਤੇ ਨਫ਼ਰਤ ਨਹੀਂ ਫੈਲਾਉਣੀ, ਕਿਸੇ ਜਾਤ ਦੇ ਨਾਂ 'ਤੇ ਨਫ਼ਰਤ ਨਹੀਂ ਫੈਲਾਉਣੀ। ਇਹ ਕੌਣ ਸਿਖਾ ਕੇ ਗਿਆ ਸਾਨੂੰ? ਸਾਡੇ ਬੱਚਿਆਂ ਨੂੰ ਕੌਣ ਸਿਖਾ ਰਿਹਾ? ਸਾਡੀਆਂ ਪੀੜ੍ਹੀਆਂ ਨੂੰ ਕੌਣ ਸਿਖਾ ਰਿਹਾ? ਇਸ ਕਰਕੇ ਇਹ ਜ਼ਰੂਰੀ ਹੈ। ਪਰ ਬੜੀ ਹੀ ਸ਼ਰਮਨਾਕ ਗੱਲ ਆ ਮੈਨੂੰ ਲੱਗਦਾ, ਜਿਹੜਾ ਇਹ ਸੁੰਦਰੀਕਰਨ ਦੇ ਨਾਂ 'ਤੇ ਇੱਕ ਪ੍ਰੋਜੈਕਟ ਨਹੀਂ ਹੈਗਾ। ਇਹ ਸਮਝਣ ਦੀ ਲੋੜ ਹੈ, ਜਲਿਆਂਵਾਲੇ ਬਾਗ ਦੀ ਕਹਾਣੀ ਨਹੀਂ ਆ। ਇਸ ਦੇਸ਼ ਦੇ ਅੰਦਰ ਵੱਖ-ਵੱਖ ਥਾਵਾਂ ਦੇ ਉੱਤੇ ਉਹਨਾਂ ਯਾਦਾਂ ਨੂੰ ਮਿਟਾਉਣ ਦੀ ਕੋਸ਼ਿਸ਼ ਕੀਤੀ ਗਈ ਹੈਗੀ। ਅਤੇ ਇਸ ਕਰਕੇ ਹਮੇਸ਼ਾ ਸਵਾਲ ਖੜੇ ਹੁੰਦੇ ਨੇ। ਇਸੇ ਕਰਕੇ ਰੌਲਾ ਪੂਰੀ ਦੁਨੀਆ 'ਚ ਪੈ ਗਿਆ, ਕਿਉਂਕਿ ਜਲਿਆਂਵਾਲਾ ਬਾਗ ਪੂਰੀ ਦੁਨੀਆ ਨਾਲ ਜੁੜਿਆ ਹੋਇਆ, ਪੂਰੀ ਦੁਨੀਆ 'ਚ ਇਹਦੀ ਚਰਚਾ। ਇਤਿਹਾਸਿਕ ਇਮਾਰਤਾਂ ਦੀ ਜੇ ਮਹੱਤਤਾ ਦੀ ਗੱਲ ਕਰੀ ਜਾਵੇ, ਇਸ ਬਾਰੇ ਕੀ ਕਹੋਗੇ ਤੇ ਸਰਕਾਰਾਂ ਇਸ ਨੂੰ ਕਿਉਂ ਭੁੱਲ ਜਾਂਦੀਆਂ ਨੇ? ਦੇਖੋ, ਇਤਿਹਾਸ ਦੀ ਮਹੱਤਤਾ ਬਹੁਤ ਵੱਡੀ ਚੀਜ਼ ਹੁੰਦੀ ਹੈ। ਜੇ ਮੈਂ ਜ਼ਿਕਰ ਕੀਤਾ ਕਿ ਇਤਿਹਾਸ ਹਮੇਸ਼ਾ ਉਂਗਲ ਫੜ ਕੇ ਤੁਹਾਨੂੰ ਨਾਲ ਤੋੜਦਾ। ਸਾਡੇ ਕੋਲ ਬਹੁਤ ਸਾਰਾ ਇਤਿਹਾਸ ਅਸੀਂ ਕਿਤਾਬਾਂ 'ਚ ਤਾਂ ਨਹੀਂ ਪੜ੍ਹਿਆ। ਜਦੋਂ ਅਸੀਂ ਛੋਟੇ ਛੋਟੇ ਹੁੰਦੇ, ਸਾਡੀਆਂ ਮਾਵਾਂ ਨੇ, ਸਾਡੀਆਂ ਦਾਦੀਆਂ ਨੇ, ਸਾਡੇ ਦਾਦਿਆਂ ਨੇ, ਪੜਦਾਦਿਆਂ ਨੇ, ਅਸੀਂ ਉਹਨਾਂ ਤੋਂ ਗੱਲਾਂ ਸੁਣੀਆਂ ਹੋਈਆਂ ਨੇ, ਅੱਜ ਵੀ ਸਾਡੇ ਉਹ ਯਾਦ ਨੇ। ਉਹ ਮੌਖਿਕ ਇਤਿਹਾਸ ਕਿਹਾ ਜਾਂਦਾ, ਉਹਨੂੰ ਵਰਬਲ ਹਿਸਟਰੀ ਕਿਹਾ ਜਾਂਦਾ। ਇੱਕ ਲਿਖਤੀ ਹਿਸਟਰੀ ਹੈ, ਇੱਕ ਵਰਬਲ ਹਿਸਟਰੀ ਹੈ। ਬੋਲ ਚਾਲ ਦਾ ਇਤਿਹਾਸ ਆ ਜਿਹੜਾ, ਉਹਦੇ ਰਾਹੀਂ ਅਸੀਂ ਕਿੰਨਾ ਕੁਝ ਸਿੱਖਦੇ ਆਂਗੇ। ਤਾਂ ਇਤਿਹਾਸ ਹਮੇਸ਼ਾ ਆਉਣ ਵਾਲੀਆਂ ਪੀੜ੍ਹੀਆਂ ਦੇ ਲਈ ਮਾਰਗ ਦਰਸ਼ਨ ਕਰਦਾ ਹੈ, ਮਾਰਗਦਰਸ਼ਕ ਹੁੰਦਾ ਹੈ। ਯਾਨੀ ਆਉਣ ਵਾਲੀਆਂ ਪੀੜ੍ਹੀਆਂ ਸਿੱਖਦੀਆਂ ਨੇ ਕਿ ਸਾਡੇ ਪੁਰਖਿਆਂ ਦਾ ਇਤਿਹਾਸ ਕੀ ਸੀਗਾ, ਸਾਡੇ ਪੁਰਖਿਆਂ ਨੇ ਕਿਹੜੀਆਂ ਲੜਾਈਆਂ ਲੜੀਆਂ। ਅਤੇ ਹੁਣ ਕੀ ਹੋ ਰਿਹਾ ਹੈਗਾ ਕਿ ਅਸੀਂ ਉਹਨਾਂ ਨੂੰ ਕੀ ਕਰ ਰਹੀਆਂ ਨੇ ਸਰਕਾਰਾਂ, ਕਿ ਉਹਨਾਂ ਨੂੰ ਭੁਲਾਉਣਾ ਚਾਹੁੰਦੀਆਂ ਨੇ। ਔਰ ਕਿਉਂ ਐ ਹੁੰਦਾ ਹੈਗਾ ਕਿ ਜਦੋਂ ਇਸ ਤਰ੍ਹਾਂ ਦੇ ਪ੍ਰੋਜੈਕਟ ਬਣਦੇ ਨੇ, ਸੁੰਦਰੀਕਰਨ ਦੇ ਨਾਂ 'ਤੇ ਸਾਰਾ ਕੁਝ ਹੁੰਦਾ, ਉਦੋਂ ਚਰਚਾਵਾਂ ਕਿਉਂ ਨਹੀਂ ਹੁੰਦੀਆਂ? ਖੁੱਲ੍ਹੀ ਡਿਬੇਟ ਰੱਖ ਲਓ, ਤੁਸੀਂ ਸਮਾਜ 'ਚ ਰੱਖ ਲਓ, ਸਟੇਟ 'ਚ ਰੱਖੋ, ਵਿਧਾਨ ਸਭਾ 'ਚ ਰੱਖੋ, ਪਾਰਲੀਮੈਂਟ 'ਚ ਰੱਖੋ। ਪਰ ਤੁਸੀਂ ਕਿਉਂਕਿ ਉਹ ਸਾਰੀਆਂ ਥਾਵਾਂ ਨੂੰ ਅਸਲ 'ਚ ਸ਼ਹੀਦਾਂ ਦੇ ਨਾਂ ਦੇ ਉੱਤੇ ਵੀ ਗੰਦੀ ਰਾਜਨੀਤੀ ਸ਼ੁਰੂ ਹੋਣੀ ਹੈ ਇਸ ਦੇਸ਼ 'ਚ। ਜੇ ਮੈਂ ਕਹਿੰਦਾ ਇਹਦੀ ਸ਼ੁਰੂਆਤ ਕਾਂਗਰਸ ਨੇ ਕੀਤੀ, ਹੁਣ ਬੀਜੇਪੀ ਕਰ ਰਹੀ ਹੈ, ਹੋਰ ਪਾਰਟੀਆਂ ਵੀ ਕਰਦੀਆਂ ਨੇ, ਵੱਖ-ਵੱਖ ਪਾਰਟੀਆਂ ਸ਼ਹੀਦਾਂ ਦੇ ਨਾਂ ਦੇ ਉੱਤੇ ਰਾਜਨੀਤੀ ਕਰਦੀਆਂ ਨੇ। ਸ਼ਹੀਦਾਂ ਦੇ ਸੁਪਨਿਆਂ ਵੱਲ ਕੋਈ ਨਹੀਂ ਦੇਖਦਾ। ਸ਼ਹੀਦਾਂ ਦੇ ਸੁਪਨੇ ਕੀ ਸੀਗੇ? ਉਹ ਚਾਹੇ ਗਦਰ ਲਹਿਰ ਦੇ ਸ਼ਹੀਦ ਹੋਣ ਸਾਡੇ, ਚਾਹੇ ਉਹ ਸਾਡੀ ਕੌਮੀ ਲਹਿਰ ਦੇ ਸ਼ਹੀਦ ਹੋਣ, ਉਹਨਾਂ ਸ਼ਹੀਦਾਂ ਨੇ ਸੁਪਨੇ ਕੀ ਲਏ ਉਹ ਕੋਈ ਨਹੀਂ ਦੇਖਦਾ। ਪਰ ਉਹਦੇ ਨਾਂ ਦੇ ਉੱਤੇ ਰਾਜਨੀਤੀ ਖੜੀ ਕੀਤੀ ਜਾਂਦੀ ਹੈ, ਅਤੇ ਰਾਜਨੀਤੀ ਦੀ ਹੀ ਤਰਾਸਦੀ ਆ ਬਸ। ਫਿਰ ਉਹ ਆਪਣੇ ਲਈ ਵਰਤਣਾ, ਮੈਨੇਜ ਕਰ ਲਓ, ਇੱਕ ਸਿੰਬਲ ਰਹਿ ਜਾਂਦਾ। ਸਿਰਫ ਸਿੰਬਲ ਨਹੀਂ ਹੁੰਦੀਆਂ ਸ਼ਹੀਦਾਂ ਦੀਆਂ ਯਾਦਾਂ, ਸ਼ਹੀਦਾਂ ਦੀਆਂ ਯਾਦਗਾਰਾਂ ਸਿੰਬਲ ਨਹੀਂ ਹੋ ਸਕਦੀਆਂ ਇਕੱਲੀਆਂ। ਇਹ ਸਿੰਬਲ ਬਣਾਉਣ ਦੀ ਕੋਸ਼ਿਸ਼ ਕਰਦੇ। ਇੱਕ ਸਿੰਬਲ ਆ, ਜਲਿਆਂਵਾਲਾ ਬਾਗ ਇੱਕ ਸਿੰਬਲ ਬਣਾਤਾ ਬਸ। ਜਲਿਆਂਵਾਲੇ ਬਾਗ ਦੀ ਕਿੱਡੀ ਵਿਰਾਸਤ ਆ, ਉਹਨੂੰ ਭੁੱਲ ਜਾਓ। ਸਿੰਬਲ ਦੇ ਤੌਰ 'ਤੇ ਜਲਿਆਂਵਾਲੇ ਬਾਗ ਨੂੰ ਯਾਦ ਕਰ ਲਓ। ਸਿੰਬਲਾਂ ਦੀ ਰਾਜਨੀਤੀ ਕਰਦੇ ਇਸ ਦੇਸ਼ 'ਚ, ਸਿੰਬਲਾਂ ਦੀ ਪੋਲੀਟਿਕਸ ਬਹੁਤ ਹੁੰਦੀ ਹੈ। ਚਿੰਨ੍ਹਾਂ ਦੇ ਨਾਂ 'ਤੇ ਰਾਜਨੀਤੀ ਕਰੋ, ਧਰਮ ਦੇ ਚਿੰਨ੍ਹਾਂ ਦੇ ਨਾਂ 'ਤੇ, ਸ਼ਹੀਦਾਂ ਦੇ ਚਿੰਨ੍ਹਾਂ ਦੇ ਨਾਂ 'ਤੇ, ਹੋਰ ਜਾਤਾਂ ਦੇ ਚਿੰਨ੍ਹਾਂ ਦੇ ਨਾਂ 'ਤੇ, ਪਤਾ ਨਹੀਂ ਕਿਹੜੀਆਂ-ਕਿਹੜੀਆਂ ਚੀਜ਼ਾਂ 'ਤੇ ਕਰਦੇ ਆ। ਇਸ ਕਰਕੇ ਉਹਨਾਂ ਨੇ ਕਰਨਾ ਨਹੀਂ ਰੁਕਣਾ।
ਸਿਆਸਤਦਾਨਾਂ ਦਾ ਕੰਮ ਆ ਇਹ, ਉਹਨਾਂ ਨੇ ਇਹੀ ਕੁਝ ਕਰਨਾ। ਪਰ ਇੰਨਾ ਕੁ ਤਾਂ ਤੁਸੀਂ ਘੱਟੋ ਘੱਟ ਸਿਆਸਤਦਾਨਾਂ ਨੂੰ ਮੰਨਣਾ ਚਾਹੀਦਾ ਕਿ ਸ਼ਹੀਦਾਂ ਦੇ ਨਾਂ 'ਤੇ ਅਜਿਹਾ ਕੁਝ ਨਾ ਕਰੋ। ਸ਼ਹੀਦਾਂ ਦੀਆਂ ਯਾਦਗਾਰਾਂ ਨੂੰ ਸਾਂਭਣਾ, ਉਹਨਾਂ ਦੀ ਵਿਰਾਸਤ ਨੂੰ ਸਾਂਭਣਾ, ਉਹਨਾਂ ਦੇ ਪਰਿਵਾਰਾਂ ਨੂੰ ਸਾਂਭਣਾ ਸਾਡਾ ਕੰਮ ਆ, ਦੇਸ਼ ਦਾ ਕੰਮ ਆ, ਨਾ ਕਿ ਇਕੱਲੀਆਂ ਸਰਕਾਰਾਂ ਦਾ ਕੰਮ, ਲੋਕਾਂ ਦਾ ਕੰਮ ਹੈ। ਉਹਨਾਂ ਨੇ ਵਿਚਾਰਿਆਂ ਨੇ ਥੋੜ੍ਹੀ ਸੋਚਿਆ ਹੁੰਦਾ ਜਦੋਂ ਸ਼ਹੀਦ ਭਗਤ ਸਿੰਘ ਸ਼ਹੀਦ ਹੋ ਰਹੇ ਹੋਣਗੇ ਜਾਂ ਸਾਡੇ ਹੋਰ ਸ਼ਹੀਦ ਗਦਰ ਲਹਿਰ ਦੇ ਸ਼ਹੀਦ ਹੋ ਰਹੇ ਸੀਗੇ, ਉਹਨਾਂ ਨੇ ਸੋਚਿਆ ਸੀਗਾ। ਇਸ ਕਰਕੇ ਜ਼ਰੂਰੀ ਹੈ ਇਹ ਗੱਲ ਦੇ ਉੱਤੇ ਸਰਕਾਰ ਧਿਆਨ ਦੇਵੇ, ਇਹਨਾਂ ਚੀਜ਼ਾਂ ਤੇ ਰੀਥਿੰਕ ਕਰਨ ਦੀ ਲੋੜ ਜੀ। ਉਹੀ ਵੱਡਾ ਸਵਾਲ ਤੇ ਇਹ ਹੈ ਕਿ ਸੰਭਾਲ ਕੀਤੀ ਕਿਉਂ ਨਹੀਂ ਜਾਂਦੀ ਸਰਕਾਰਾਂ ਦੇ ਵੱਲੋਂ? ਕਈ ਇਮਾਰਤਾਂ ਨੇ ਜਿਹੜੀਆਂ ਖੰਡਰ ਬਣ ਚੁੱਕੀਆਂ ਨੇ। ਦੇਖੋ, ਕੁਛ ਤਾਂ ਸਰਕਾਰਾਂ ਦਾ ਮਿਲਾ ਏਜੰਡਾ ਵੀ ਹੁੰਦਾ, ਭੁੱਲ ਜਾਣ ਲੋਕ। ਸਰਕਾਰਾਂ ਕਦੇ ਵੀ ਉਦੋਂ ਤੱਕ ਤਾਂ ਹੁੰਦਾ ਜਦੋਂ ਤੱਕ ਆਜ਼ਾਦੀ ਨਹੀਂ ਆਈ ਸੀ, ਜਦੋਂ ਤੱਕ ਕੋਈ ਗੱਲ ਨਹੀਂ ਬਣਦੀ। ਜਦੋਂ ਕੋਈ ਗੱਲ ਹੋ ਜਾਂਦੀ ਹੈ ਫਿਰ ਉਹਨਾਂ ਤੋਂ ਡਰ ਲੱਗਣ ਲੱਗ ਜਾਂਦਾ, ਸ਼ਹੀਦਾਂ ਦੇ ਵਿਚਾਰਾਂ ਤੋਂ ਡਰ ਲੱਗਣ ਲੱਗ ਜਾਂਦਾ ਸਰਕਾਰਾਂ ਨੂੰ, ਸ਼ਹੀਦਾਂ ਦੇ ਸੁਪਨਿਆਂ ਤੋਂ ਡਰ ਲੱਗਦਾ। ਜੇ ਭਗਤ ਸਿੰਘ ਕਹਿੰਦਾ ਜੀ ਗੋਰੇ ਅੰਗਰੇਜ਼ ਚਲੇ ਜਾਣਗੇ, ਕਾਲੇ ਅੰਗਰੇਜ਼ ਆ ਜਾਣਗੇ। ਜੇ ਭਗਤ ਸਿੰਘ ਨੇ ਕਿਹਾ ਸੀਗਾ ਕਿ ਮੇਰੀ ਜਿਹੜੀ ਲੜਾਈ ਆ ਉਹ ਜਦੋਂ ਤੱਕ ਮਿਹਨਤਕਸ਼ ਦੀ ਲੁੱਟ ਖਤਮ ਨਹੀਂ ਹੁੰਦੀ, ਬੰਦੇ ਹੱਥੋਂ ਬੰਦੇ ਦੀ ਲੁੱਟ ਖਤਮ ਨਹੀਂ ਹੁੰਦੀ, ਮੇਰੀ ਲੜਾਈ ਜਾਰੀ ਰਹੂਗੀ। ਇਹ ਵੱਡੀਆਂ ਗੱਲਾਂ ਨੇ। ਇਹ ਗੱਲਾਂ ਫਿਰ ਇਹ ਜਿਹੜਾ ਮੌਜੂਦਾ ਸਿਸਟਮ ਚੱਲਦਾ ਇਹਦੇ ਖਿਲਾਫ ਵੀ ਰੋਹ ਪੈਦਾ ਕਰਦੀਆਂ ਨੇ। ਤਾਂ ਇਸੇ ਕਰਕੇ ਸਰਕਾਰਾਂ, ਪਾਰਟੀਆਂ ਹਮੇਸ਼ਾ ਸ਼ਹੀਦਾਂ ਦੀਆਂ ਅਸਲ ਯਾਦਾਂ ਨੂੰ, ਉਹਨਾਂ ਨੂੰ ਪਤਾ ਹੁੰਦਾ। ਬੰਦਾ ਸਿੰਘ ਬਹਾਦਰ ਨੇ, ਮੰਨ ਲਓ ਬੰਦਾ ਸਿੰਘ ਬਹਾਦਰ ਦੀ ਸਭ ਤੋਂ ਵੱਡੀ ਪ੍ਰਾਪਤੀ ਕੀ ਸੀ ਕਿ ਉਹਨਾਂ ਨੇ ਲੈਂਡ ਜਿਹੜੀ ਆ ਉਹ ਡਿਸਟ੍ਰੀਬਿਊਟ ਕੀਤੀ, ਜ਼ਮੀਨ ਹਲਵਾਖ ਨੂੰ ਦਿੱਤੀ। ਜਿਹੜਾ ਜ਼ਮੀਨ ਆਮ ਕਿਸਾਨ ਸੀ, ਇੱਥੋਂ ਦਾ ਦਲਿਤ ਭਾਈਚਾਰਾ ਸੀ, ਇੱਥੋਂ ਦੇ ਹਰ ਭਾਈਚਾਰਿਆਂ ਨੂੰ ਜ਼ਮੀਨਾਂ ਦਿੱਤੀਆਂ ਉਹਨਾਂ ਨੇ। ਅੱਜ ਜਿਹੜੀਆਂ ਜ਼ਮੀਨਾਂ ਨੇ ਪੰਜਾਬ 'ਚ ਜੱਟਾਂ ਕੋਲੇ ਵੀ ਹੋਰਾਂ ਕੋਲੇ ਵੀ, ਇਹ ਸਾਰੀਆਂ ਜ਼ਮੀਨਾਂ ਉਸ ਦੌਰ ਦੇ ਅੰਦਰ ਬਹੁਤ ਵੱਡੇ ਪੱਧਰ 'ਤੇ ਆਈਆਂ। ਇਸੇ ਕਰਕੇ ਲੜਾਈ ਲੜੀ ਲੋਕਾਂ ਨੇ ਨਾਲ ਹੋ ਕੇ। ਕਿਹਦੇ ਖਿਲਾਫ ਜਾਂਦੀ ਸੀ ਉਹ ਗੱਲ? ਜ਼ਗੀਰਦਾਰਾਂ ਦੇ। ਜ਼ਗੀਰਦਾਰ ਪ੍ਰਥਾ ਖਤਮ ਕੀਤੀ। ਜ਼ਗੀਰਦਾਰ ਜਿਹੜੇ ਸੀ ਵੱਡੇ ਵੱਡੇ ਲੈਂਡ ਵਾਲੇ, ਉਹਨਾਂ ਦੇ ਖਿਲਾਫ ਜਾਂਦੀ ਸੀ। ਉਹਨਾਂ ਨੇ ਉਹਨਾਂ ਦੇ ਖਿਲਾਫ ਸਾਜ਼ਿਸ਼ ਰਚੀ, ਜਾ ਕੇ ਗੁਰੂ ਗੋਬਿੰਦ ਸਿੰਘ ਜੀ ਦੇ ਧਰਮ ਪਤਨੀ ਕੋਲ ਜਾ ਕੇ ਕਿਹਾ, ਤੱਤ ਖਾਲਸਾ ਬੰਦਈ ਖਾਲਸਾ ਦਾ ਰੌਲਾ ਖੜਾ ਕੀਤਾ ਕਿ ਜੀ ਬੰਦਾ ਤਾਂ ਆਪਦਾ ਹੀ ਬੰਦਈ ਖਾਲਸਾ ਚਲਾਤਾ ਹੈ, ਤਾਂ ਜੀ ਬੰਦੇ ਦਾ ਖਾਲਸਾ, ਅਸਲ ਖਾਲਸਾ ਤਾਂ ਤੱਤ ਖਾਲਸਾ। ਇਹ ਰੌਲਾ ਪਵਾਇਆ ਗਿਆ, ਬੰਦਾ ਸਿੰਘ ਬਹਾਦਰ ਨੂੰ ਜ਼ਲੀਲ ਕੀਤਾ ਗਿਆ। ਐਂਡ ਵਾਲੇ ਦਿਨਾਂ ਦੇ ਅੰਦਰ ਜਿਸ ਤਰੀਕੇ ਦੇ ਨਾਲ ਬੰਦਾ ਸਿੰਘ ਬਹਾਦਰ ਗੁਰਦਾਸ ਨੰਗਲ ਦੀ ਗੜੀ 'ਚੋਂ ਗ੍ਰਿਫਤਾਰ ਹੋਇਆ, ਉਹ ਤੋਂ ਪਹਿਲਾਂ ਦੀ ਸਾਰੀ ਹਿਸਟਰੀ ਪੜ੍ਹ ਕੇ ਦੇਖੋ ਕਿਸ ਪੱਧਰ ਤੇ ਉਹਨਾਂ ਦੇ ਖਿਲਾਫ ਰਾਜਨੀਤੀ ਚੱਲ ਰਹੀ ਸੀ। ਸਿੱਖਾਂ 'ਚ ਹੀ ਸੀ ਉਹ ਲੋਕ, ਬਹੁਤ ਸਾਰੇ ਜ਼ਗੀਰਦਾਰ ਸੀ, ਬਹੁਤ ਸਾਰੇ ਸਰਦਾਰ ਸੀ ਜਿਨ੍ਹਾਂ ਨੇ ਬੰਦਾ ਸਿੰਘ ਬਹਾਦਰ ਦੇ ਖਿਲਾਫ ਉਹ ਰਾਜਨੀਤੀ ਕੀਤੀ। ਤਾਂ ਹੁੰਦਾ ਕੀ ਹੈ ਕਿ ਉਹ ਵਿਚਾਰ ਤੋਂ ਡਰ ਲੱਗਦਾ। ਬੰਦਾ ਸਿੰਘ ਬਹਾਦਰ ਦਾ ਵਿਚਾਰ ਕੀ ਸੀਗਾ? ਉਹ ਰਾਜ ਕਰਨ ਦਾ ਉਹ ਕਨਸੈਪਟ ਕਿ ਲੋਕਾਂ ਲਈ। ਤੇ ਆਪਣੀ ਪੋਲੀਟੀਕਲ ਕਲਾਸ ਕਿੱਥੇ ਚਾਹੁੰਦੀ ਆ, ਪਾਰਟੀਆਂ ਕਿੱਥੇ ਚਾਹੁੰਦੀਆਂ ਨੇ, ਸਰਕਾਰਾਂ ਕਿੱਥੇ ਚਾਹੁੰਦੀਆਂ ਨੇ ਲੋਕਾਂ ਲਈ ਹੋ ਜਾਏ ਸਾਰਾ ਕੁਝ। ਲੋਕਾਂ ਦੇ ਨਾਂ ਤੇ ਸਾਰਾ ਕੁਝ ਕਰਨਗੇ, ਲੋਕਾਂ ਲਈ ਨਹੀਂ ਕਰਨਗੇ। ਲੋਕਾਂ ਦੇ ਨਾਂ ਤੇ ਸਭ ਕੁਝ ਹੁੰਦਾ, ਲੋਕਾਂ ਲਈ ਕਰ ਰਹੇ ਹਾਂ, ਲੋਕਤੰਤਰ ਲਈ ਕਰ ਰਹੇ ਹਾਂ। ਲੋਕਤੰਤਰ ਨੂੰ ਤਾਂ ਮਜ਼ਾਕ ਬਣਾਇਆ ਹੋਇਆ ਹੈਗਾ। ਇਸ ਕਰਕੇ ਇਹਨਾਂ ਨੂੰ ਡਰ ਲੱਗਦਾ, ਉਹ ਯਾਦਗਾਰਾਂ ਤੋਂ ਡਰ ਲੱਗਦਾ, ਸ਼ਹੀਦਾਂ ਦੇ ਵਿਚਾਰਾਂ ਤੋਂ ਡਰ ਲੱਗਦਾ, ਸ਼ਹੀਦਾਂ ਦੇ ਸੁਪਨਿਆਂ ਤੋਂ ਡਰ ਲੱਗਦਾ। ਜਿਹੜੇ ਬੰਦਾ ਸਿੰਘ ਬਹਾਦਰ ਦੇ ਉਦੋਂ ਖਿਲਾਫ ਸੀ, ਉਹ ਅੱਜ ਵੀ ਜਿਹੜੇ ਪੰਜਾਬ ਦੇ ਵੱਡੇ ਜ਼ਗੀਰਦਾਰ ਹੋਣਗੇ, ਉਹ ਚਾਹਣਗੇ ਕਿ ਕੋਈ ਇਸ ਤਰ੍ਹਾਂ ਦਾ ਲੈਂਡ ਰਿਫਾਰਮ ਹੋਵੇ ਦੁਨੀਆ ਤੇ ਜਿਹਦੇ ਨਾਲ ਜ਼ਮੀਨਾਂ ਸਭ ਕੋਲੇ ਆ ਜਾਣ। ਕੋਈ ਨਹੀਂ ਚਾਹੇਗਾ। ਪਰ ਬੰਦਾ ਸਿੰਘ ਬਹਾਦਰ ਤਾਂ ਇਹ ਮਾਡਲ ਦੇ ਰਹੇ ਸੀ ਨਾ। ਉਹ ਉਦੋਂ ਮਾਡਲ ਦੇ ਰਹੇ ਸੀ ਜਦੋਂ ਫਰਾਂਸ ਦੀ ਕ੍ਰਾਂਤੀ ਤੋਂ ਵੀ ਪਹਿਲਾਂ ਦੁਨੀਆ ਦੇ ਅੰਦਰ ਕਿਤੇ ਲੈਂਡ ਰਿਫਾਰਮ ਨਹੀਂ ਹੋਇਆ ਸੀ। ਉਦੋਂ ਬਾਬਾ ਬੰਦਾ ਸਿੰਘ ਬਹਾਦਰ ਨੇ ਪੰਜਾਬ ਦੀ ਧਰਤੀ ਤੇ ਲੈਂਡ ਰਿਫਾਰਮ ਕੀਤੇ, ਜ਼ਮੀਨੀ ਸੁਧਾਰ ਕੀਤੇ। ਇਸ ਕਰਕੇ ਇਹ ਚੀਜ਼ਾਂ ਤੋਂ ਡਰ ਲੱਗਦਾ। ਉਹਨਾਂ ਨੂੰ ਉਦੋਂ ਵੀ ਡਰ ਲੱਗਿਆ ਜਿਹੜੇ ਉਦੋਂ ਸੀਗੇ। ਉਹਨਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਸਿੱਖ ਵਿਰੋਧੀ ਬਣਾਤਾ, ਜਿਨ੍ਹਾਂ ਦੀ ਸਿੱਖੀ ਲਈ ਸਭ ਤੋਂ ਵੱਡੀ ਕੰਟਰੀਬਿਊਸ਼ਨ ਆ। ਔਰ ਬਾਅਦ 'ਚੋਂ ਲੰਬਾ ਸਮਾਂ ਇਤਿਹਾਸ 'ਚ ਉਹਨਾਂ ਨੂੰ ਗੋਲਿਆ ਕਰ ਰੱਖਿਆ। ਗੰਡਾ ਸਿੰਘ ਹੋਰਾਂ ਨੇ ਆ ਕੇ ਪਹਿਲੀ ਉਹਨਾਂ 'ਤੇ ਕਿਤਾਬ ਲਿਖੀ, ਯਾਨੀ ਜਿਹੜੀ ਪਹਿਲੀ ਵੈਲ ਰਿਸਰਚਡ ਕਿਤਾਬ ਆ ਉਹ ਡਾਕਟਰ ਗੰਡਾ ਸਿੰਘ ਦੀ ਆ। ਡਾਕਟਰ ਗੰਡਾ ਸਿੰਘ ਹੋਰੀ ਵੱਡੇ ਇਤਿਹਾਸਕਾਰ, ਉਹਨਾਂ ਨੇ ਪਹਿਲੀ ਡਾਕੂਮੈਂਟੇਸ਼ਨ ਕੀਤੀ ਕਿ ਆਹ ਸਾਡਾ ਯੋਧਾ ਸੀਗਾ। ਉਹ ਕਹਿੰਦੇ ਆ ਨਾ, ਹਾਰੇ ਹੋਏ ਲੋਕਾਂ ਦਾ ਇਤਿਹਾਸ ਜਿੱਤੇ ਹੋਏ ਲਿਖਦੇ ਨੇ। ਬੰਦਾ ਸਿੰਘ ਬਹਾਦਰ ਦਾ ਇਤਿਹਾਸ ਉਹਨਾਂ ਲੋਕਾਂ ਨੇ ਨਿਗਵਾਲਿਆ ਕਰਵਾਇਆ ਜਾਣ ਕੇ ਜਿਹੜੇ ਲੋਕ ਉਹਨਾਂ ਦੇ ਖਿਲਾਫ ਸੀਗੇ। ਉਸ ਤੋਂ ਬਾਅਦ ਅੱਜ ਅਸੀਂ ਸਾਰੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਸੈਲੀਬ੍ਰੇਟ ਕਰਦੇ ਹਾਂ ਕਿ ਬਾਬਾ ਬੰਦਾ ਸਿੰਘ ਬਹਾਦਰ ਕਿੰਨੀ ਵੱਡੀ ਸ਼ਖਸੀਅਤ ਸੀ ਗੁਰੂ ਸਾਹਿਬ ਤੋਂ ਬਾਅਦ। ਤਾਂ ਇਸ ਕਰਕੇ ਇਹ ਚੀਜ਼ਾਂ ਹੁੰਦੀਆਂ ਨੇ। ਇਸ ਤਰ੍ਹਾਂ ਦੀ ਰਾਜਨੀਤੀ ਹਮੇਸ਼ਾ ਹੁੰਦੀ ਆ। ਪੋਲੀਟੀਕਲ ਕਲਾਸ ਹੋਵੇ, ਸਰਕਾਰਾਂ ਹੋਣ, ਇਹਨਾਂ ਨੂੰ ਸ਼ਹੀਦਾਂ ਦੇ ਨਾਂ ਵਧੀਆ ਲੱਗਦੇ। ਇਹਨਾਂ ਨੂੰ ਸ਼ਹੀਦਾਂ ਦੇ ਨਾਂ ਵਰਤ ਲੈਣਗੇ ਸਟੇਜ ਤੇ ਚੜ੍ਹ ਕੇ, ਭਗਤ ਸਿੰਘ ਦਾ ਵੀ ਵਰਤ ਲੈਣਗੇ, ਉਧਮ ਸਿੰਘ ਦਾ ਵੀ ਵਰਤ ਲੈਣਗੇ, ਗਦਰੀਆਂ ਦਾ ਵੀ ਵਰਤ ਲੈਣਗੇ। ਪਰ ਜਦੋਂ ਉਹਨਾਂ ਦੇ ਵਿਚਾਰਾਂ ਦੀ ਗੱਲ ਆਏਗੀ, ਉਹਨਾਂ ਦੇ ਕਹੀਆਂ ਸਰਕਾਰਾਂ ਚਾਹੁੰਦੇ ਸੀ, ਉਹ ਕਿਹਾ ਜਿਹਾ ਸਮਾਜ ਚਾਹੁੰਦੇ ਸੀ, ਉਹਦੀ ਗੱਲ ਕੋਈ ਨਹੀਂ ਕਰੇਗਾ। ਉਹ ਤੋਂ ਡਰ ਲੱਗਦਾ ਇਹਨਾਂ ਨੂੰ। ਫਿਰ ਮੈਨੂੰ ਲੱਗਦਾ ਕਿ ਫਿਰ ਕਿਉਂ ਨਾ ਕਿਹਾ ਜਾਵੇ ਕਿ ਇਹ ਸਾਜ਼ਿਸ਼ਾਂ ਵੀ ਹੁੰਦੀਆਂ ਨੇ ਕਿ ਇਹਨਾਂ ਦੀਆਂ ਯਾਦਗਾਰਾਂ ਵੀ ਮਿਟਾ ਦਿਓ।
ਯਾਦਾਂ ਵੀ ਮਿਟਾ ਦਿਓ ਤਾਂ ਕਿ ਲੋਕ ਉਸ ਤਰ੍ਹਾਂ ਕਨੈਕਟ ਨਾ ਕਰਨ। ਲੋਕਾਂ ਨੂੰ ਤਾਂ ਉੱਥੇ ਊਰਜਾ ਮਿਲਦੀ ਹੈ ਨਾ। ਅੱਜ ਜੇ ਕਿਸਾਨ ਅੰਦੋਲਨ ਆ, ਕਿੰਨੀਆਂ ਚੀਜ਼ਾਂ ਨੇ, ਕੀ ਤੋਂ ਊਰਜਾ ਲੈ ਰਹੇ ਨੇ ਲੋਕ? ਗੁਰੂ ਸਾਹਿਬ ਤੋਂ, ਬਾਬਾ ਬੰਦਾ ਸਿੰਘ ਬਹਾਦਰ ਤੋਂ, ਸ਼ਹੀਦ ਭਗਤ ਸਿੰਘ ਤੋਂ, ਗਦਰੀਆਂ ਤੋਂ, ਸਭ ਤੋਂ ਬੱਬਰਾਂ ਤੋਂ, ਸਭ ਤੋਂ ਲੈ ਰਹੇ ਆ ਨਾ, ਜਿਹੜੇ ਉਹ ਸਾਰੀਆਂ ਲਹਿਰਾਂ ਰਹੀਆਂ ਇਤਿਹਾਸਕ ਸਾਡੀਆਂ ਪੰਜਾਬ ਦੀਆਂ। ਉਹੀ ਜੀ ਹੋਰ ਨਾ ਮੁਲਕਾਂ ਦੀ ਗੱਲ ਕਰ ਲਈ ਜਾਵੇ ਤਾਂ ਉੱਥੇ ਪੁਰਾਤਨ ਇਮਾਰਤਾਂ ਨੂੰ ਕਿਵੇਂ ਸੰਭਾਲਿਆ ਜਾਂਦਾ ਹੈ? ਉੱਥੇ ਤਾਂ ਤੁਸੀਂ ਜੇ ਖਾਸ ਤੌਰ ਤੇ ਯੂਰਪ ਤੇ ਪੱਛਮ 'ਚ ਜਾਓਗੇ ਜਾਂ ਕਿਸੇ ਵੀ ਦੁਨੀਆ ਦੇ ਇਸ ਤਰ੍ਹਾਂ ਦੇ ਮੁਲਕ, ਜਿਵੇਂ ਤੁਸੀਂ ਐ ਰਾਈਟਰ ਆ, ਵੱਡੇ ਵੱਡੇ ਉਹਨਾਂ ਦੇ ਰਾਈਟਰ ਹੋਏ, ਤੁਸੀਂ ਉਹਨਾਂ ਦੇ ਕਮਰੇ ਜਾਓਗੇ ਐ ਲੱਗੇਗਾ ਰਾਈਟਰ ਹੁਣੇ ਉੱਠ ਕੇ ਗਏ। ਉਹਨਾਂ ਦੇ ਲਾਇਬ੍ਰੇਰੀਆਂ ਜਾਓਗੇ, ਐ ਹਜ਼ਾਰਾਂ ਸਾਲਾਂ ਦੀਆਂ ਲਾਇਬ੍ਰੇਰੀਆਂ ਸਾਂਭ ਰੱਖੀਆਂ ਨੇ ਉਹਨਾਂ ਨੇ ਯੂਰਪ 'ਚ। ਹਜ਼ਾਰਾਂ ਸਾਲਾਂ ਦੇ ਉਹਨਾਂ ਨੇ ਘਰ ਸਾਂਭ ਰੱਖੇ ਨੇ, 5-5 700 ਸਾਲ ਦੇ। ਸਾਡੇ ਇੱਥੇ ਕਾਰ ਸੇਵਾ ਵਾਲੇ ਬਾਬਿਆਂ ਦੇ ਨਾਂ ਦੇ ਉੱਤੇ ਸਾਡੀਆਂ ਸਿੱਖਾਂ ਦੀਆਂ ਕਿੰਨੀਆਂ ਇਮਾਰਤਾਂ ਜਿਹੜੀਆਂ ਨੇ, ਤੁਸੀਂ ਦੇਖਿਆ ਆ ਪਿੱਛੇ ਤਰਨ ਤਾਰਨ 'ਚ ਕਿੰਨਾ ਵੱਡਾ ਵਿਵਾਦ ਹੋਇਆ ਸੀਗਾ, ਉਹਦੀ ਡਿਊਟੀ ਢਾਉਣ ਲੱਗ ਗਏ ਸੀ। ਸਾਡੇ ਤਾਂ ਸਾਫ਼ ਕਰਤਾ ਇੱਥੇ ਇਤਿਹਾਸ। ਮੈਂ ਕਹਿੰਦਾ ਹੁੰਦਾ ਕਿ ਛੋਟੇ ਸਾਹਿਬਜ਼ਾਦਿਆਂ ਦੇ ਵੀ ਇੱਥੇ ਜਦੋਂ ਆਪਾਂ ਜਾਂਦੇ ਹਾਂ ਫਤਿਹਗੜ੍ਹ ਸਾਹਿਬ, ਕਿਤੇ ਉਹ ਇਮਾਰਤ ਉਵੇਂ ਹੀ ਹੁੰਦੀ। ਸੁੰਦਰੀਕਰਨ ਦੇ ਨਾਂ 'ਤੇ, ਕਾਰ ਸੇਵਾ ਦੇ ਨਾਂ ਦੇ ਉੱਤੇ ਅਸੀਂ ਬਹੁਤ ਸਾਰਾ ਸਾਡਾ ਇਤਿਹਾਸ ਮਲੀਆਮੇਟ ਕਰਤਾ। ਇੱਕ ਗੱਲ ਮੈਨੂੰ ਵਧੀਆ ਲੱਗਦੀ ਹੈਗੀ, ਜੇ ਤੁਸੀਂ ਦਿੱਲੀ ਜਾਓਗੇ, ਦਿੱਲੀ ਜਦੋਂ ਤੁਸੀਂ ਬਾਬਾ ਬੰਦਾ ਸਿੰਘ ਬਹਾਦਰ ਦੀ ਯਾਦ ਦੇਖਦੇ ਹੋ, ਉਵੇਂ ਹੀ ਪਈ ਹੈ ਜੀ। ਉਹਨਾਂ ਨੇ ਛੇੜਛਾੜ ਨਹੀਂ ਕੀਤੀ ਦਿੱਲੀ। ਕੁਤਬ ਮੀਨਾਰ ਦੇ ਨਾਲ ਹੀ, ਕੁਤਬ ਮੀਨਾਰ ਦੇ ਪਿਛਲੇ ਵਾਲੇ ਪਾਸੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਜਿੱਥੇ ਸਾਰਾ ਕੋਹ ਕੇ ਸ਼ਹੀਦ ਕੀਤਾ ਗਿਆ, ਉਸ ਥਾਂ ਦੇ ਉੱਤੇ ਬਾਬਾ ਬੰਦਾ ਸਿੰਘ ਬਹਾਦਰ ਦੀ ਜਿਹੜੀ ਥਾਂ ਗਈ ਗੁਰਦੁਆਰਾ ਸਾਹਿਬ ਵੀ, ਉੱਥੇ ਮੈਂ ਜਾ ਕੇ ਆਇਆ, ਉਵੇਂ ਹੀ ਪਈ ਹੈ। ਇਸ ਕਰਕੇ ਉਹ ਥਾਵਾਂ ਉਵੇਂ ਰੱਖਣੀਆਂ, ਯੂਰਪ 'ਚ, ਪੱਛਮ 'ਚ, ਦੁਨੀਆ ਦੇ ਬਾਕੀ ਮੁਲਕਾਂ 'ਚ ਉਵੇਂ ਰੱਖੀਆਂ ਜਾਂਦੀਆਂ ਨੇ। ਉਹ ਤਾਂ ਇੰਨੇ ਨਿਸ਼ਾਨ ਸਾਂਭ ਕੇ ਰੱਖਦੇ ਨੇ ਆਪਣੀਆਂ ਕੌਮਾਂ ਦੇ, ਆਪਣੇ ਇਤਿਹਾਸ ਦੇ, ਜਾਂ ਆਪਣੇ ਸਾਹਿਤਕਾਰਾਂ ਦੇ। ਪਰ ਸਾਡੇ ਇੱਥੇ ਸੁੰਦਰੀਕਰਨ ਦੇ ਨਾਂ 'ਤੇ, ਕਾਰ ਸੇਵਾ ਦੇ ਨਾਂ 'ਤੇ, ਹੋਰ ਪਤਾ ਨਹੀਂ ਕਿਸ ਕਿਸ ਨਾਂ ਦੇ ਉੱਤੇ ਸਾਰਾ ਕੁਝ ਬਰਬਾਦ ਕਰ ਦਿੱਤਾ ਜਾਂਦਾ। ਜੋ ਤੁਸੀਂ ਗੱਲ ਨਾ ਜਾ ਕੇ, ਮੈਂ ਤੁਹਾਡੇ ਪਿੰਡ ਆ, ਮੰਨ ਲਓ ਤੁਸੀਂ ਛੋਟੇ ਸੀਗੇ, ਜਿਹੜੇ ਤੁਹਾਡੇ ਪਿੰਡ, ਉਹਦੇ ਛੋਟੀ ਜਿਹੀ ਵੀ ਗੱਲ ਹੋਏਗੀ, ਤੁਸੀਂ 10 ਸਾਲਾਂ ਬਾਅਦ ਜਾ ਕੇ ਵੀ ਉਵੇਂ ਕਨੈਕਟ ਕਰੋਗੇ ਕਿ ਆਹ ਗੱਲ ਕਿੱਥੇ, ਉੱਥੇ ਸਾਰਾ ਕੁਝ ਨਵਾਂ, ਉਵੇਂ ਕਨੈਕਸ਼ਨ ਨਹੀਂ ਬਹਿੰਦਾ ਗਾ। ਠੀਕ ਆ, ਅਸੀਂ ਇਹ ਨਹੀਂ ਕਹਿੰਦੇ ਕਿ ਚੀਜ਼ਾਂ ਬਿਹਤਰ ਨਹੀਂ ਹੋਣੀਆਂ ਚਾਹੀਦੀਆਂ, ਠੀਕ ਨਹੀਂ ਹੋਣੀਆਂ ਚਾਹੀਦੀਆਂ, ਜਾਂ ਉਹ ਖਰਾਬ ਹੋ ਜਾਣ। ਉਹ ਤਰੀਕੇ ਹੁੰਦੇ ਨੇ ਬੜੇ ਸਾਂਭਣ ਦੇ, ਪ੍ਰੀਜ਼ਰਵ ਕਰਨ ਦੇ। ਹਜ਼ਾਰਾਂ ਸਾਲਾਂ ਦੀ ਹਿਸਟਰੀ ਪ੍ਰੀਜ਼ਰਵ ਪਈ ਆ, ਹਜ਼ਾਰਾਂ ਸਾਲਾਂ ਦੀ, ਯੂਰਪ 'ਚ, ਪੱਛਮ 'ਚ, ਦੇਸ਼ 'ਚ ਵੀ ਪਈ ਹੈ। ਇਸ ਕਰਕੇ ਜ਼ਰੂਰੀ ਹੈ ਉਹਨਾਂ ਨੂੰ ਸਾਂਭਿਆ ਜਾਵੇ, ਨਾ ਕਿ ਇਸ ਤਰ੍ਹਾਂ ਦੀਆਂ ਚੀਜ਼ਾਂ। ਉਹੀ ਹੁਣ ਰੈਨੋਵੇਸ਼ਨ ਨੂੰ ਲੈ ਕੇ ਵਿਵਾਦ ਤੇ ਛਿੜ ਗਿਆ, ਅੱਗੇ ਕੀ ਹੋ ਸਕਦਾ ਹੈ? ਅੱਗੇ ਤਾਂ ਘੱਟੋ ਘੱਟ ਪਹਿਲਾਂ ਤਾਂ ਇਹਦੇ ਤੇ ਵੀ ਰੀਥਿੰਕ ਕਰਨਾ ਚਾਹੀਦਾ ਸੀਗਾ, ਜਾਂ ਹੁਣ ਵੀ ਘੱਟੋ ਘੱਟ ਇਹ ਸਾਰੇ ਮਸਲਿਆਂ ਦੇ ਉੱਤੇ ਬਹੁਤ ਸਾਰੀਆਂ ਯਾਦਾਂ, ਜੇ ਬਹੁਤ ਸਾਰੇ ਇਤਿਹਾਸ ਪਏ ਨੇ। ਇਹ ਕੋਈ ਤਰੀਕਾ ਠੀਕ ਨਹੀਂ ਹੈਗਾ ਕਿ ਨਵੇਂ ਆ ਕੇ ਤੁਸੀਂ ਉਹਨੂੰ ਕਰੀ ਜਾਂਦੇ ਹੋ। ਦੱਸੋ, ਲੋਕਾਂ ਨੇ ਕਨੈਕਟ ਉਸ ਗੱਲ ਨਾਲ ਕਰਨਾ ਹੁੰਦਾ, ਤੁਸੀਂ ਕੀ ਉਹਨੂੰ ਕਮਰਸ਼ਲਾਈਜੇਸ਼ਨ ਕਰਨ ਲਈ, ਜਾਂ ਪਤਾ ਨਹੀਂ ਕੀ ਹੁਣ ਤੁਹਾਡੀ ਸੋਚ ਆ ਗਈ। ਲੋਕ ਤਾਂ ਸ਼ੱਕ ਕਰਨਗੇ ਕਿ ਭਾਈ ਸਾਡੇ ਸ਼ਹੀਦਾਂ ਨੂੰ ਸਾਥੋਂ ਦੂਰ ਕਰਨ ਦੇ ਲਈ ਵੀ ਕੀਤਾ ਜਾ ਸਕਦਾ, ਜਾਂ ਵਪਾਰੀਕਰਨ ਦੇ ਨਾਂ ਦੇ ਉੱਤੇ ਜੋ ਹੋ ਰਿਹਾ ਹੈਗਾ। ਸ਼ਹੀਦਾਂ ਦੀਆਂ ਯਾਦਾਂ ਤਾਂ ਛੱਡ ਦੇਣੀਆਂ ਚਾਹੀਦੀਆਂ ਨੇ ਨਾ ਇਸ ਗੱਲ ਦੇ ਲਈ। ਇਸ ਕਰਕੇ ਜ਼ਰੂਰੀ ਹੈ ਕਿ ਸਾਰੀਆਂ ਚੀਜ਼ਾਂ ਦੇ ਲਈ ਸਰਕਾਰ ਰੀਥਿੰਕ ਕਰੇ, ਔਰ ਕੋਈ ਵੀ ਇਹੋ ਜਿਹਾ ਫੈਸਲਾ, ਬਾਕੀ ਪੋਲੀਟੀਕਲ ਸਰਬਦਲੀ ਮੀਟਿੰਗ ਬੁਲਾ ਲਿਆ ਕਰਨ ਇਹੋ ਜਿਹੇ ਮਸਲੇ ਦੇ ਨਾਲ। ਇਹਦਾ ਦੇਸ਼ ਦਾ ਮਸਲਾ। ਸ਼ਹੀਦ ਤਾਂ ਨਾ ਬੀਜੇਪੀ ਦੇ ਨੇ, ਨਾ ਕਾਂਗਰਸ ਦੇ ਨੇ, ਨਾ ਅਕਾਲੀਆਂ ਦੇ ਨੇ, ਨਾ ਆਪ ਦੇ ਨੇ, ਨਾ ਖੱਬਿਆਂ ਦੇ ਨੇ, ਨਾ ਸੱਜਿਆਂ ਦੇ। ਉਹ ਸਾਂਝੇ ਹੁੰਦੇ ਨੇ, ਸ਼ਹੀਦ ਸਭ ਦੇ ਸਾਂਝੇ ਹੁੰਦੇ ਨੇ। ਇਸ ਕਰਕੇ ਸ਼ਹੀਦਾਂ ਦੇ ਉੱਤੇ ਜਦੋਂ ਕੋਈ ਫੈਸਲਾ ਲੈਣਾ, ਕੁਰਬਾਨੀਆਂ ਕਰਨ ਵਾਲੇ ਲੋਕਾਂ 'ਤੇ ਜਦੋਂ ਕੋਈ ਫੈਸਲਾ ਲੈਣਾ, ਉਹਨਾਂ ਦੀਆਂ ਯਾਦਗਾਰਾਂ ਬਾਰੇ ਕੋਈ ਫੈਸਲਾ ਲੈਣਾ, ਤਾਂ ਸਰਬ ਸਾਂਝੀ ਵਾਲਤਾ ਦੇ ਨਾਲ ਉਹ ਫੈਸਲੇ ਹੋਣੇ ਚਾਹੀਦੇ ਨੇ। ਨਾ ਕਿ ਕੋਈ ਇੱਕ ਪਾਰਟੀ ਫੈਸਲਾ ਲੈ ਰਹੀ ਹੈ, ਇੱਕ ਸਰਕਾਰ ਲੈ ਰਹੀ ਹੈ, ਇੱਕ ਕੰਪਨੀ ਲੈ ਰਹੀ ਹੈ। ਹੁਣ ਤਾਂ ਕੰਪਨੀਆਂ ਤੱਕ ਦੀ ਨੌਬਤ ਆ ਗਈ, ਕੰਪਨੀਆਂ ਸਾਂਭ ਰਹੀਆਂ ਸਾਰਾ ਕੁਝ ਆ ਕੇ। ਜੇ ਤੁਸੀਂ ਆਪਦੇ ਸ਼ਹੀਦਾਂ ਦੀਆਂ ਯਾਦਗਾਰਾਂ ਨੂੰ ਹੀ ਨਹੀਂ ਮੇਨਟੇਨ ਕਰ ਸਕਦੇ, ਫਿਰ ਤੁਹਾਨੂੰ ਸਰਕਾਰਾਂ ਚਲਾਉਣ ਦਾ ਹੱਕ ਕੀ ਹੈ? ਨਾ ਚਲਾਓ ਸਰਕਾਰਾਂ। ਇੱਥੇ ਤਾਂ ਕੋਈ ਬਹੁਤ ਵੱਡਾ ਖਰਚਾ ਨਹੀਂ ਨਾ ਆ ਜੂਗਾ। ਕਿੰਨਾ ਖਰਚਾ ਆ ਜੂਗਾ? ਹੋਰ ਕਿੰਨੇ ਇੰਨੇ ਖਰਚੇ ਹੁੰਦੇ ਨੇ। ਕਾਰਪੋਰੇਟ ਦੇ ਲੋਨ ਇੰਨੇ ਵੇਵ ਆਫ ਕਰਦੇ ਨੇ ਤੁਸੀਂ ਵੱਡੇ ਵੱਡੇ ਕਾਰਪੋਰੇਟਾਂ ਦੇ। ਕਾਂਗਰਸ ਵੇਲੇ ਵੀ ਇਹੀ ਹੋਇਆ, ਬੀਜੇਪੀ ਵੇਲੇ ਵੀ ਇਹੀ ਹੋ ਰਿਹਾ। ਜਦੋਂ ਉਹਨਾਂ ਨੂੰ ਲੋਨਾਂ ਨੂੰ ਵੇਵ ਆਫ ਕਰਨ ਦੀ ਗੱਲ ਆਉਂਦੀ ਹੈ, ਉਹਨਾਂ ਦਾ ਕਰਜ਼ਾ ਮੁਕਤ ਕਰ ਦਿੰਦੇ ਨੇ, ਬਾਕੀਆਂ ਦਾ ਹੋਵੇ ਨਾ ਹੋਵੇ, ਕਾਰਪੋਰੇਟ ਦਾ ਬਹੁਤ ਵੱਡੇ ਪੱਧਰ 'ਤੇ। ਬੈਂਕਾਂ ਕੰਗਾਲ ਹੋ ਜਾਂਦੀਆਂ ਨੇ, ਸਰਕਾਰਾਂ ਸਾਂਭ ਲੈਂਦੀਆਂ ਨੇ ਆ ਕੇ, ਕੋਈ ਕਾਰਵਾਈਆਂ ਨਹੀਂ ਹੁੰਦੀਆਂ। ਯੈਸ ਬੈਂਕ ਵਾਲੇ ਮਾਮਲੇ 'ਚ ਦੇਖਿਆ, ਆਪਾਂ ਹੋਰਾਂ 'ਚ ਦੇਖ ਰਹੇ ਹਾਂ। ਇਸ ਕਰਕੇ ਜ਼ਰੂਰੀ ਹੈ ਕਿ ਇਹੋ ਜਿਹੀਆਂ ਚੀਜ਼ਾਂ ਸਾਂਭੀਆਂ ਜਾਣ, ਨਾ ਕਿ ਇਸ ਤਰ੍ਹਾਂ ਦੀ ਰਾਜਨੀਤੀ ਕੀਤੀ ਜਾਵੇ, ਨਾ ਕਿ ਇਹਨੂੰ ਵਪਾਰੀਕਰਨ ਵੱਲ ਨੂੰ ਤੋਰਿਆ ਜਾਵੇ। ਤਾਂ ਸਰਕਾਰਾਂ ਨੂੰ ਚਾਹੀਦਾ ਹੈ ਕਿ ਪੁਰਾਤਨ ਇਮਾਰਤਾਂ ਤੇ ਜਿੱਥੇ ਕਿ ਸ਼ਹੀਦਾਂ ਦੀਆਂ ਯਾਦਾਂ ਨੇ, ਉਸ ਨੂੰ ਸੁੰਦਰੀਕਰਨ ਦੇ ਨਾਂ ਤੇ ਬਦਲਿਆ ਜਾਵੇ, ਸਗੋਂ ਜਿਹੜੀਆਂ ਖੰਡਰ ਹੋ ਰਹੀਆਂ ਨੇ ਇਮਾਰਤਾਂ, ਉਹਨਾਂ ਦੀ ਸਾਂਭ ਸੰਭਾਲ ਕੀਤੀ ਜਾਵੇ।